ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਮਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੋ ਸਾਹਾਨ ਗਣਿਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਨੂੰ ਸਰਵਣ ਕਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੇ ਹੀ ਵੱਡੇ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦੇ ਲਈ ਗੁਰੂ ਘਰ ਪਹੁੰਚ ਕੇ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਦੇ ਹੋ। ਗੁਰਬਾਣੀ ਪੜ੍ਹੀ ਸੁਣੀ ਤੇ ਗਾਇਨ ਕੀਤੀ ਹੋਈ ਸਾਧ ਸੰਗਤ ਜੀ ਸਫਲੀ ਹੈ। ਗੁਰਬਾਣੀ ਦਾ ਭਾਵ ਸਾਨੂੰ ਸਾਧ ਸੰਗਤ ਜੀ ਸੁੱਖ ਦੇ ਰੂਪ ਦੇ ਵਿੱਚ ਮਿਲਦਾ ਹੈ। ਜਿਵੇਂ ਆਪਾਂ ਸੰਸਾਰਿਕ ਦੇ ਵਿੱਚ ਮਿਹਨਤ ਕਰਦੇ ਹਾਂ, ਮਜ਼ਦੂਰੀ ਕਰਦੇ ਹਾਂ, ਕਰਮ ਕਰਦੇ ਹਾਂ ਆਪਣਾ, ਤੇ ਸਾਨੂੰ ਉਸ ਕਰਮ ਦਾ ਫਲ ਮਿਲਦਾ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਇਹ ਨਾਮ ਜਪਣਾ ਵੀ ਇੱਕ ਕਰਮ ਹੈ। ਇਸ ਕਰਮ ਨੂੰ ਕਰਦਿਆਂ ਹੋਇਆਂ ਸਾਧ ਸੰਗਤ ਜੀ ਸਾਨੂੰ ਆਤਮਿਕ ਗਿਆਨ ਦਾ ਫਲ ਮਿਲਦਾ ਹੈ। ਸਾਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਸੋਝੀ ਹੁੰਦੀ ਹੈ ਕਿ ਜਿਹੜਾ ਅਸੀਂ ਕਰਮ ਕਰ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਕਰ ਰਹੇ ਹਾਂ ਤੇ ਸਾਨੂੰ ਕਿਸ ਤਰ੍ਹਾਂ ਦਾ ਕਰਮ ਕਰਨਾ ਚਾਹੀਦਾ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਬਖਸ਼ੇ ਨੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
ਇਹ ਨੇ ਸਾਧ ਸੰਗਤ ਜੀ ਸੱਚੇ ਕਰਮ। ਕਿਰਤ ਕਰਨੀ ਹੈ ਸੱਚ ਦੀ, ਨਾਮ ਜਪਣਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ, ਵੰਡ ਕੇ ਛਕਣਾ ਹੈ, ਗਰੀਬ ਦੀ ਸੇਵਾ ਕਰਨੀ ਹੈ, ਲੋੜਵੰਦ ਦੀ ਲੋੜ ਪੂਰੀ ਕਰਨੀ ਹੈ, ਮਦਦਗਾਰ ਦੀ ਮਦਦ ਕਰ ਦਿਓ ਸਾਧ ਸੰਗਤ। ਜੇ ਕਿਸੇ ਨੂੰ ਲੋੜ ਹੈ ਸਾਡੀ ਤੇ ਆਪਾਂ ਉਹਦੀ ਮਦਦ ਕਰ ਦਈਏ ਸਾਧ ਸੰਗਤ ਜੀ, ਇਹੀ ਗੁਰੂ ਨਾਨਕ ਦਾ ਫਲਸਫਾ ਹੈ। ਗੁਰੂ ਨਾਨਕ ਦਾ ਮੱਤ ਸਾਨੂੰ ਇਹੀ ਸਮਝਾਉਂਦਾ ਹੈ ਕਿ ਤੁਸੀਂ ਕਿਰਤ ਕਰਨੀ ਹੈ, ਸੱਚੀ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਸੱਚ ਦਾ ਜਪਣਾ ਹੈ, ਵੰਡ ਕੇ ਛਕਣਾ ਹੈ ਸਾਧ ਸੰਗਤ ਜੀ। ਇਹ ਨਹੀਂ ਕਿ ਆਪ ਹੀ ਬਣਾ ਕੇ ਤੇ ਆਪ ਹੀ ਆਪਸ ਦੇ ਵਿੱਚ ਖਾ ਲਿਆ। ਵੰਡ ਕੇ ਛਕਣ ਦਾ ਭਾਵ ਹੈ ਕਿ ਜੇ ਕੋਈ ਲੋੜਵੰਦ ਹੈ ਤੇ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ ਸਾਧ ਸੰਗਤ ਜੀ। ਕਿਸੇ ਨੂੰ ਭੋਜਨ ਪ੍ਰਸ਼ਾਦੇ ਦੀ ਲੋੜ ਹੈ, ਉਹਨੂੰ ਭੋਜਨ ਪ੍ਰਸ਼ਾਦਾ ਛਕਾ ਦਿੱਤਾ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੇ ਸਾਧ ਸੰਗਤ ਜੀ, ਜਿਹੜੇ ਸਾਨੂੰ ਗੁਰਬਾਣੀ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੇਂ ਸਮੇਂ ਦੇ ਅਨੁਸਾਰ ਸਮਝਾਉਂਦੇ ਨੇ। ਚੰਗੇ ਭਾਗ ਨੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਆਪਾਂ ਰੋਜ਼ਾਨਾ ਹੀ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਾਂ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹੀਆਂ ਗਈਆਂ ਨੇ ਸਤ ਸੰਗਤ ਜੀ। ਨਿੱਤਾ ਪ੍ਰਤੀ ਦੀ ਤਰ੍ਹਾਂ, ਰੋਜ਼ਾਨਾ ਦੀ ਤਰ੍ਹਾਂ ਜੋ ਸਾਡਾ ਨਿੱਤ ਦਾ ਨੇਮ ਹੈ ਕਿ ਆਪਾਂ ਰੋਜ਼ਾਨਾ ਗੁਰੂ ਘਰ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਆਪਾਂ ਸਾਰੇ ਸਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਾਵਨ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਰਵਣ ਕਰਨਾ ਹੈ। ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਕਰੋ ਜੀ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਸੋਰਠ ਮਹੱਲਾ ਪਹਿਲਾ। ਸੋਰਠ ਰਾਗਣੀ ਦੇ ਅੰਦਰ ਜਗਤ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਕੇ ਸਾਨੂੰ ਉਪਦੇਸ਼ ਕਰਦੇ ਨੇ। ਸਾਧ ਸੰਗਤ ਜੀ, ਜਿੰਨੀ ਵੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਉਹਦਾ ਕੋਈ ਭਾਵ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇਸਾਂ ਦਸਾਂਤਰਾਂ ਦਾ ਰਟਨ ਕਰਦੇ ਨੇ, ਸੰਸਾਰ ਦੇ ਲੋਕਾਂ ਨੂੰ ਉਤਾਰਨ ਦੇ ਲਈ ਸੰਸਾਰ ਦਾ ਭਰਮਣ ਕਰ ਰਹੇ ਨੇ। ਤੇ ਜਦੋਂ ਸਾਧ ਸੰਗਤ ਜੀ ਦੇਸਾਂ ਦਸਾਂਤਰਾਂ ਦਾ ਰਟਨ ਕਰਦਿਆਂ ਹੋਇਆਂ, ਭਰਮਣ ਕਰਦਿਆਂ ਹੋਇਆਂ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਪਹੁੰਚੇ ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਆਪਣੇ ਘਰ ਚਲੇ ਗਏ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਨਹੀਂ ਗਏ। ਜੋ ਭਾਈ ਬਾਲਾ ਜੀ ਹਨ, ਉਹਨਾਂ ਦੇ ਪਿਤਾ ਭਾਈ ਚੰਦਰਭਾਨ, ਉਹਨਾਂ ਦੇ ਖੂਹ ਦੇ ਉੱਤੇ ਸਾਧ ਸੰਗਤ ਜੀ ਆ ਕੇ ਬੈਠ ਗਏ, ਆਪਣੇ ਘਰ ਨਹੀਂ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਨੂੰ ਪਤਾ ਲੱਗਾ, ਕਿਸੇ ਨੇ ਆ ਕੇ ਦੱਸਿਆ ਕਿ ਤੁਹਾਡਾ ਪੁੱਤਰ ਨਗਰ ਦੇ ਵਿੱਚ ਆਇਆ ਹੋਇਆ ਏ, ਚੰਦਰਭਾਨ ਜੀ ਦੇ ਖੂਹ ਦੇ ਉੱਤੇ ਬੈਠਾ ਹੋਇਆ ਏ। ਤੇ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਬਾਬਾ ਕਾਲੂ ਜੀ ਝੱਟ ਹੀ ਆਪਣੇ ਪੁੱਤਰ ਨੂੰ ਲੈ ਕੇ ਆਉਣ ਦੇ ਲਈ ਚੱਲ ਪਏ ਨੇ। ਸਾਧ ਸੰਗਤ ਜੀ ਭਾਈ ਬਾਲਾ ਜੀ ਦੇ ਪਿਤਾ ਜੀ ਦੇ ਖੂਹ ਦੇ ਉੱਤੇ ਪਹੁੰਚੇ ਨੇ, ਆਪਣੇ ਪੁੱਤਰ ਨੂੰ ਮਿਲੇ ਨੇ, ਸੁਖ ਸ਼ਾਂਤ ਪੁੱਛੀ ਹੈ। ਫਿਰ ਆਪਣੇ ਪੁੱਤਰ ਨੂੰ ਆਪਣੇ ਘਰ ਰੱਖਣ ਦੇ ਲਈ
ਬਾਬਾ ਕਾਲੂ ਜੀ ਆਖਦੇ ਨੇ ਕਿ ਪੁੱਤਰ ਜੀ ਸਾਡੇ ਕੋਲ ਜ਼ਮੀਨ ਜਾਇਦਾਦ ਬੜੀ ਹੈ, ਤੁਸੀਂ ਹੁਣ ਬਹੁਤ ਬਾਹਰ ਘੁੰਮ ਲਿਆ, ਤੁਸੀਂ ਹੁਣ ਘਰ ਦੇ ਵਿੱਚ ਰਹਿ ਕੇ ਤੇ ਖੇਤੀ ਨੂੰ ਕਰੋ, ਤੁਹਾਨੂੰ ਕਿਸੇ ਕੰਮ ਦੇ ਵਿੱਚ ਲਾ ਦਿੰਦੇ ਆ, ਤੁਸੀਂ ਖੇਤੀ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਪਿਤਾ ਜੀ ਅਸੀਂ ਤਾਂ ਅੱਗੇ ਹੀ ਖੇਤੀ ਕਰਦੇ ਪਏ ਹਾਂ, ਪਹਿਲੇ ਖੇਤੀ ਕਰ ਰਹੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਆਖਣ ਲੱਗੇ, ਪੁੱਤਰ ਜੀ ਖੇਤੀ ਕਰਨ ਦੇ ਲਈ ਖੇਤੀ ਦੇ ਸੰਦਾਂ ਦੀ ਲੋੜ ਪੈਂਦੀ ਹੈ, ਹਲ ਚਾਹੀਦਾ ਏ, ਸੁਹਾਗਾ ਚਾਹੀਦਾ ਏ, ਫਿਰ ਸਭ ਤੋਂ ਵੱਡੀ ਗੱਲ ਕਿ ਜ਼ਮੀਨ ਚਾਹੀਦੀ ਹੈ, ਬੀਜ ਵੀ ਚਾਹੀਦਾ ਹੈ, ਪਾਣੀ ਦੀ ਵੀ ਲੋੜ ਹੈ, ਉਹ ਮੈਨੂੰ ਕਿਤੇ ਦਿਖਦੇ ਤਾਂ ਹੈ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਪਿਤਾ ਜੀ ਅਸੀਂ ਅੰਤਰੀਵ ਖੇਤੀ ਕਰਦੇ ਹਾਂ। ਇੱਕ ਬਾਹਰੀ ਖੇਤੀ ਜਿਹੜੀ ਸਾਨੂੰ ਦਿਖਦੀ ਹੈ, ਇੱਕ ਅੰਤਰੀਵ ਖੇਤੀ ਹੈ ਸਾਧ ਸੰਗਤ ਜੀ, ਜਿਹੜੀ ਆਪਾਂ ਆਪਣੇ ਅੰਦਰ ਕਰਦੇ ਹਾਂ। ਤੇ ਪਿਤਾ ਜੀ ਆਖਣ ਲੱਗੇ ਕਿ ਪੁੱਤਰ ਜੀ ਅੰਤਰੀਵ ਖੇਤੀ ਕਿਹੜੀ ਹੁੰਦੀ ਹੈ, ਉਹ ਕਿੱਦਾਂ ਦੀ ਹੈ? ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਵੇਲੇ ਇਹ ਸ਼ਬਦ ਨੂੰ ਉਚਾਰਨ ਕਰਕੇ ਆਪਣੇ ਪਿਤਾ ਜੀ ਨੂੰ ਸਮਝਾਉਂਦੇ ਨੇ ਕਿ ਪਿਤਾ ਜੀ ਮਨ ਹਾਲੀ ਕਿਰਸਾਣੀ ਕਰਨੀ, ਜਿਵੇਂ ਖੇਤੀ ਨੂੰ ਕਰਨ ਦੇ ਲਈ, ਕਿਰਸਾਣੀ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਹਲ ਦੀ ਲੋੜ ਹੈ, ਕਿਉਂਕਿ ਹਲ ਦੇ ਨਾਲ ਆਪਾਂ ਜ਼ਮੀਨ ਨੂੰ ਵਾਹੁੰਦੇ ਹਾਂ, ਸਾਧ ਸੰਗਤ ਜੀ ਤਿਆਰ ਕਰਦੇ ਹਾਂ ਬੀਜ ਨੂੰ ਬੀਜਣ ਦੇ ਲਈ। ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕਰਨਾ ਪੈਂਦਾ ਹੈ ਸਾਧ ਸੰਗਤ ਜੀ। ਜਿੰਨਾ ਚਿਰ ਖੇਤ ਨਹੀਂ ਆਪਾਂ ਤਿਆਰ ਕਰਦੇ ਉਹਨਾਂ ਚਿਰ ਉਹਦੇ ਵਿੱਚ ਆਪਾਂ ਬੀਜ ਨਹੀਂ ਪਾ ਸਕਦੇ। ਕਿ ਪਿਤਾ ਜੀ ਮਨ ਹਾਲੀ, ਮਨ ਜਿਹੜਾ ਸਾਡਾ ਹੈ ਨਾ, ਜਿਹੜਾ ਸਾਡਾ ਹੁਦਰੇ ਕਿਤੇ ਭਟਕਦਾ ਰਹਿੰਦਾ ਹੈ, ਇਹ ਜਿਹੜਾ ਮਨ ਸਾਡਾ ਟਿਕ ਕੇ ਨਹੀਂ ਬਹਿੰਦਾ, ਇਹ ਜਿਹੜਾ ਸਾਡਾ ਮਨ ਹੈ ਇਹਨੂੰ ਅਸੀਂ ਹਲ ਬਣਾਇਆ ਹੋਇਆ ਹੈ। ਮਨ ਰੂਪੀ ਹਲ ਦੇ ਨਾਲ ਕਿਰਸਾਣੀ ਕਰਦੇ ਹਾਂ, ਸ਼ਰਮ ਪਾਣੀ, ਫਿਰ ਪਾਣੀ ਕਾਹਦਾ ਪਾਏ ਸ਼ਰਮ ਦਾ। ਤੇ ਪਿਤਾ ਜੀ ਖੇਤ ਕਿਹੜਾ ਏ? ਤਨ ਖੇਤ, ਜਿਵੇਂ ਖੇਤੀ ਸਾਧ ਸੰਗਤ ਜੀ ਧਰਤੀ ਦੇ ਵਿੱਚ ਆਪਾਂ ਬੀਜ ਬੀਜਦੇ ਹਾਂ, ਇਵੇਂ ਇਹ ਜਿਹੜਾ ਸਾਡਾ ਸਰੀਰ ਹੈ, ਇਹ ਵੀ ਸਾਡਾ ਸਰੀਰ ਇੱਕ ਖੇਤ ਦੀ ਨਿਆਈ ਹੈ। ਜਿਵੇਂ ਧਰਤੀ ਦੇ ਵਿੱਚ ਜਿਹੜਾ ਬੀਜ ਬੀਜਦੇ ਹਾਂ ਸਾਧ ਸੰਗਤ ਜੀ ਉਹੀ ਬੀਜ ਉਗਦਾ ਏ। ਤੇ ਇਹ ਸਰੀਰ ਦੇ ਨਾਲ ਵੀ ਆਪਾਂ ਜਿੱਦਾਂ ਦੇ ਕਰਮ ਕਰਦੇ ਹਾਂ, ਚੰਗਾ ਕਰਮ ਕਰਦੇ ਹਾਂ ਤੇ ਉਹਦਾ ਸਾਨੂੰ ਚੰਗਾ ਫਲ ਮਿਲਦਾ ਹੈ। ਜੇ ਖੇਤ ਦੇ ਵਿੱਚ ਬੀਜ ਚੰਗਾ ਬੀਜਿਆ ਹੈ ਤੇ ਸਾਧ ਸੰਗਤ ਜੀ ਉਹਦੇ ਵਿੱਚੋਂ ਸਾਨੂੰ ਲਾਭ ਚੰਗਾ ਮਿਲਦਾ ਹੈ। ਇਸੇ ਤਰ੍ਹਾਂ ਜੇ ਸਰੀਰ ਦੇ ਨਾਲ ਚੰਗੇ ਕਰਮ ਕੀਤੇ ਨੇ ਤੇ ਉਹਦਾ ਸਾਨੂੰ ਚੰਗਾ ਫਲ ਮਿਲਦਾ। ਇਸ ਕਰਕੇ ਅਸੀਂ ਤਨ ਆਪਣੇ ਸਰੀਰ ਨੂੰ ਖੇਤ ਬਣਾਇਆ ਹੋਇਆ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਫਿਰ ਆਖਣ ਲੱਗੇ ਪਿਤਾ ਜੀ ਇਹਦੇ ਵਿੱਚ ਬੀਜ ਕਾਹਦਾ ਪਾਇਆ ਏ? ਬੀਜ ਪਾਇਆ ਏ ਨਾਮ ਦਾ। ਅਸੀਂ ਆਪਣੇ ਮਨ ਦੇ ਅੰਦਰ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਹਾਂ, ਹਿਰਦੇ ਦੇ ਨਾਲ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦੇ ਹਾਂ, ਉਸਤਤ ਕਰਦੇ ਹਾਂ। ਨਾਮ ਦਾ ਬੀਜ ਪਾਇਆ ਹੋਇਆ ਹੈ। ਸੰਤੋਖ ਸੁਹਾਗਾ, ਫਿਰ ਸੁਹਾਗਾ ਆਪਾਂ ਜਦੋਂ ਖੇਤੀ ਕਰਦੇ ਹਾਂ, ਜਦੋਂ ਹਲ ਵਾਹ ਕੇ ਤੇ ਉਹਦੇ ਵਿੱਚ ਬੀਜ ਬੀਜ ਦਿੰਦੇ ਹਾਂ ਤੇ ਫਿਰ ਉਹਦੇ ਉੱਤੋਂ ਸੁਹਾਗਾ ਫੇਰ ਦਿੰਦੇ ਹਾਂ ਕਿ ਜਿਹੜੇ ਪੰਛੀ ਆਦਿਕ ਨੇ ਉਹ ਸਾਡੇ ਦਾਣੇ ਨੂੰ ਚੁਗ ਨਾ ਲੈਣ। ਸੁਹਾਗਾ ਫੇਰਦੇ ਆ ਕਿ ਜਿਹੜਾ ਸਾਡਾ ਬੀਜ ਹੈ ਉਹ ਮਿੱਟੀ ਦੇ ਵਿੱਚ ਢੱਕ ਹੋ ਜਾਵੇ, ਦੱਬ ਜਾਵੇ। ਸਾਧ ਸੰਗਤ ਜੀ ਕਿ ਪਿਤਾ ਜੀ ਨਾਮ ਦਾ ਬੀਜ ਬੀਜਿਆ ਹੈ, ਫਿਰ ਉਹਦੇ ਉੱਤੇ ਸੰਤੋਖ ਦਾ ਸੁਹਾਗਾ ਫੇਰਿਆ, ਸੰਤੋਖ ਰੱਖਿਆ ਹੈ। ਰੱਖ ਗਰੀਬੀ ਵੇਸ, ਗਰੀਬੀ ਵਾਲਾ ਵੇਸ ਰੱਖਿਆ ਹੈ, ਭਾਵ ਕਿ ਨਿਮਰਤਾ ਵਾਲਾ ਵੇਸ ਰੱਖਿਆ ਹੈ, ਨਿਮਰਤਾ ਧਾਰਨ ਕੀਤੀ ਹੋਈ ਹੈ। ਇਹ ਪਿਤਾ ਜੀ ਅਸੀਂ ਅੰਤਰੀਵ ਖੇਤੀ ਕਰਦੇ ਹਾਂ। ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਹੁਣ ਪਿਤਾ ਜੀ ਜਦੋਂ ਆਪਾਂ ਖੇਤੀ ਕਰਦੇ ਹਾਂ, ਹਲ ਵੀ ਵਾਹ ਲਿਆ, ਫਿਰ ਬੀਜ ਵੀ ਬੀਜ ਦਿੱਤਾ, ਪਾਣੀ ਵੀ ਦੇ ਦਿੱਤਾ, ਸਾਰਾ ਕੁਝ ਕਰ ਲਿਆ, ਤਾਂ ਉਹਦੇ ਵਿੱਚੋਂ ਫਿਰ ਪੈਦਾ ਵੀ ਹੁੰਦਾ ਹੈ, ਕੁਝ ਨਾ ਕੁਝ ਉਗਦਾ ਵੀ ਹੈ। ਪਿਤਾ ਜੀ ਜਦੋਂ ਨਾਮ ਦਾ ਬੀਜ ਬੀਜਿਆ ਤੇ ਉਹਦੇ ਵਿੱਚੋਂ ਕੀ ਪੈਦਾ ਹੋਇਆ? ਭਾਉ ਕਰਮ।
ਭਾਉ ਦਾ ਭਾਵ ਹੈ ਪ੍ਰੇਮ। ਫਿਰ ਇਹਦੇ ਵਿੱਚੋਂ ਪ੍ਰੇਮ ਪੈਦਾ ਹੋਇਆ ਪਰਮਾਤਮਾ ਜੀ ਦੇ ਪ੍ਰਤੀ। ਭਾਉ ਕਰਮ, ਪ੍ਰੇਮ ਰੂਪੀ ਜਿਹੜਾ ਕਰਮ ਹੈ ਉਹ ਪੈਦਾ ਹੋ ਗਿਆ। ਸੇ ਘਰ ਭਾਗਟ ਦੇਖ। ਇਸ ਤਰ੍ਹਾਂ ਪਿਤਾ ਜੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਆਪਣੇ ਕੋਲ ਪਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਪਿਤਾ ਜੀ ਅੰਤਰੀਵ ਖੇਤੀ ਕਰਕੇ, ਜਿਵੇਂ ਆਪਾਂ ਸੰਸਾਰਿਕ ਖੇਤੀ ਕਰਕੇ ਲਾਭ ਕਮਾਉਂਦੇ ਹਾਂ ਨਾ, ਸਾਨੂੰ ਲਾਭ ਮਿਲਦਾ ਹੈ, ਕਮਾਈ ਕਰਦੇ ਹਾਂ, ਅਸੀਂ ਧਨਾੜ ਹੋ ਜਾਂਦੇ ਹਾਂ, ਮਾਇਆ ਧਾਰੀ ਹੋ ਜਾਂਦੇ ਹਾਂ। ਇਸੇ ਤਰ੍ਹਾਂ ਪਿਤਾ ਜੀ ਅਸੀਂ ਅੰਤਰੀਵ ਖੇਤੀ ਕਰਕੇ ਸ਼ੁਭ ਗੁਣਾ ਜਿਹੜੇ ਸਾਡੇ ਪੱਲੇ ਆ ਜਾਂਦੇ ਨੇ ਤੇ ਅਸੀਂ ਧਨਾੜ ਹੋ ਜਾਂਦੇ ਹਾਂ, ਭਾਵ ਕਿ ਅਮੀਰ ਹੋ ਜਾਈਦਾ ਹੈ। ਅਮੀਰ ਕਾਹਦੇ ਹੁੰਦੇ ਆ? ਨਾਮ ਦੇ ਨਾਲ, ਬਾਣੀ ਦੇ ਨਾਲ, ਸਿਮਰਨ ਦੇ ਨਾਲ। ਇਹ ਸਾਨੂੰ ਅਮੀਰ ਬਣਾ ਦਿੰਦੇ ਨੇ, ਧਨਾੜ ਬਣਾ ਦਿੰਦੇ ਨੇ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝੈ ਕੋਏ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਪਿਤਾ ਜੀ ਇਹ ਜਿਹੜੀ ਮਾਇਆ ਵਾਸਤੇ ਆਪਾਂ ਪ੍ਰਤੱਖ ਖੇਤੀ ਕਰਦੇ ਆ ਨਾ, ਇਹ ਜਿਹੜੀ ਆਪਾਂ ਸੰਸਾਰਿਕ ਖੇਤੀ ਕਰਦੇ ਹਾਂ, ਥੋੜ੍ਹਾ ਜਿਹਾ ਬੀਜ ਬੀਜਿਆ, ਬਹੁਤਾ ਅਨਾਜ ਪੈਦਾ ਹੋ ਗਿਆ, ਥੋੜ੍ਹੇ ਜਿਹੇ ਪੈਸੇ ਲਾਏ, ਬਹੁਤ ਪੈਸੇ ਬਾਅਦ ਦੇ ਵਿੱਚੋਂ ਮਿਲਦੇ ਨੇ। ਇਹ ਜਿਹੜੀ ਸੰਸਾਰਿਕ ਮਾਇਆ ਹੈ ਇਹ ਸਾਡੇ ਨਾਲ ਨਹੀਂ ਜਾਂਦੀ, ਇਹ ਇੱਥੇ ਹੀ ਰਹਿ ਜਾਂਦੀ ਹੈ। ਜਿੰਨੀ ਮਰਜ਼ੀ ਕਮਾ ਲਓ, ਲੱਖਾਂ ਕਰੋੜਾਂ ਅਰਬਾਂ ਰੁਪਇਆ ਕਮਾ ਲਓ, ਪਰ ਕੋਈ ਵੀ ਆਪਣੇ ਨਾਲ ਨਹੀਂ ਲੈ ਕੇ ਜਾਂਦਾ। ਪਰ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ, ਸਾਰਾ ਸੰਸਾਰ ਹੀ ਸੰਸਾਰਕ ਮਾਇਆ ਦੇ ਮਗਰ ਲੱਗਾ ਹੋਇਆ, ਦੌੜ ਲੱਗੀ ਹੋਈ ਹੈ ਇੱਕ ਦੂਜੇ ਤੋਂ ਵੱਧ ਕਮਾਉਣ ਦੀ। ਕਿ ਪਿਤਾ ਜੀ ਇਸ ਗੱਲ ਨੂੰ ਕੋਈ ਵੀ ਨਹੀਂ ਜਾਣਦਾ, ਸਾਰੀ ਮੋਹ ਮਾਇਆ ਦੇ ਵਿੱਚ ਬੱਝੇ ਹੋਏ ਨੇ। ਤੇ ਕੋਈ ਵਿਰਲਾ ਹੀ ਹੁੰਦਾ ਏ ਜਿਹੜਾ ਇਸ ਗੱਲ ਨੂੰ ਜਾਣਦਾ ਏ ਕਿ ਇਹ ਜਿਹੜੀ ਸੰਸਾਰਿਕ ਮਾਇਆ ਏ ਇਹ ਸਾਡੇ ਨਾਲ ਨਹੀਂ ਜਾਂਦੀ। ਹੁਣ ਸਾਸਨ ਜਿੰਨਾ ਮਰਜ਼ੀ ਅਮੀਰ ਬੰਦਾ ਕਿਉਂ ਨਾ ਹੋਵੇ, ਉਹ ਆਪਣੀ ਮਾਇਆ ਨੂੰ ਨਾਲ ਨਹੀਂ ਲੈ ਕੇ ਜਾਂਦਾ, ਇੱਥੇ ਹੀ ਛੱਡ ਕੇ ਚਲੇ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਨੂੰ ਸੁਣ ਕੇ ਤੇ ਪਿਤਾ ਜੀ ਫਿਰ ਸੋਚਦੇ ਨੇ ਕਿ ਇਹਨਾਂ ਨੇ ਖੇਤੀ ਤਾਂ ਕਰਨੀ ਨਹੀਂ ਹੈ। ਹੁਣ ਆਖਣ ਲੱਗੇ ਕਿ ਤੁਸੀਂ ਫਿਰ ਦੁਕਾਨ ਪਾ ਲਓ, ਤੁਹਾਨੂੰ ਦੁਕਾਨ ਪਾ ਦਿੰਦੇ ਹਾਂ। ਕਿਉਂਕਿ ਰੱਖਣਾ ਚਾਹੁੰਦੇ ਨੇ ਬਾਬਾ ਕਾਲੂ ਜੀ ਆਪਣੇ ਪੁੱਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਘਰ, ਤੇ ਕਿਸੇ ਨਾ ਕਿਸੇ ਤਰੀਕੇ ਰੱਖਣਾ ਚਾਹੁੰਦੇ ਨੇ। ਤੇ ਫਿਰ ਸੰਸਾਰ ਦੇ ਕੰਮਾਂ ਦੇ ਵਿੱਚ ਉਲਝਾਉਣ ਦੇ ਲਈ ਐਸੀਆਂ ਗੱਲਾਂ ਕਰਦੇ ਨੇ ਕਿ ਪੁੱਤਰ ਜੀ ਜੇ ਤੁਹਾਡਾ ਮਨ ਖੇਤੀ ਕਰਨ ਨੂੰ ਨਹੀਂ ਕਰਦਾ ਤੇ ਤੁਹਾਨੂੰ ਆਪਾਂ ਕੋਈ ਹੱਟੀ ਪਾ ਦਿੰਦੇ ਹਾਂ, ਦੁਕਾਨ ਪਾ ਦਿੰਦੇ ਹਾਂ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸ਼ਬਦ ਨੂੰ ਉਚਾਰਨ ਕੀਤਾ। ਫਿਰ ਆਖਿਆ ਆਪਣੇ ਪਿਤਾ ਜੀ ਨੂੰ ਵਿਸ਼ਰਾਮ ਦੇ ਕੇ, ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵਤ। ਕਿ ਪਿਤਾ ਜੀ ਜਿਹੜੀ ਸਾਡੀ ਆਰਜਾ ਹੈ, ਜਿਹੜੀ ਸਾਡੀ ਉਮਰ ਹੈ, ਇਸ ਉਮਰ ਨੂੰ ਅਸੀਂ ਨਿਸ਼ਚਾ ਕੀਤਾ ਹੈ, ਸਮੇਂ ਦੇ ਚੱਕਰ ਨੂੰ ਨਿਸ਼ਚਿਤ ਕਰ ਲਿਆ ਕਿ ਇਹ ਜਿਹੜੀ ਸਾਡੀ ਜ਼ਿੰਦਗੀ ਹੈ ਇਹ ਹੌਲੀ ਹੌਲੀ ਕਰਕੇ ਘਟਦੀ ਜਾਂਦੀ ਹੈ। ਉਮਰ ਜਿਹੜੀ ਸਾਡੀ ਹੈ ਘਟਦੀ ਹੈ ਸਾਸਨ, ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਹੈ ਇਹ ਸਾਡੀ ਜ਼ਿੰਦਗੀ ਘਟਦੀ ਹੈ। 1 ਸਾਲ ਸਾਸਨ ਜੀ ਬਤੀਤ ਕਰ ਲਿਆ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ 1 ਸਾਲ ਘਟ ਗਿਆ। ਜੇ ਉਮਰ ਸਾਡੀ ਸਾਸਨ ਜੀ ਵੱਧਦੀ ਹੈ ਨਾ, ਅੱਜ 5 ਸਾਲ ਦੇ ਅਗਲੇ ਸਾਲ ਨੂੰ 6 ਸਾਲ ਦੇ ਹੋ ਜਾਣਾ, ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ 6 ਸਾਲ ਘਟ ਵੀ ਗਏ ਨੇ। ਕਿ ਪਿਤਾ ਜੀ ਸਾਡੀ ਉਮਰ ਘਟਦੀ ਜਾਂਦੀ ਹੈ, ਸੱਚ ਨਾਮ ਕਰ ਵਥ। ਜਿਵੇਂ ਦੁਕਾਨ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ? ਸੌਦਾ ਇਕੱਠਾ ਕਰਨਾ ਪੈਂਦਾ ਹੈ। ਪਹਿਲਾਂ ਦੁਕਾਨਦਾਰ ਆਪਣੇ ਦੁਕਾਨ ਦੇ ਕਰਨ ਦੇ ਲਈ ਸੌਦਾ ਇਕੱਠਾ ਕਰਦਾ ਹੈ, ਜਿੱਦਾਂ ਦੀ ਵੀ ਦੁਕਾਨ ਪਾਉਣੀ ਹੈ। ਕਿ ਪਿਤਾ ਜੀ ਅਸੀਂ ਵੀ ਨਾਮ ਰੂਪੀ ਸੌਦੇ ਨੂੰ ਇਕੱਠਾ ਕੀਤਾ ਹੋਇਆ ਹੈ। ਅਸੀਂ ਪਹਿਲਾਂ ਹੀ ਦੁਕਾਨ ਕਰ ਰਹੇ ਹਾਂ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਫਿਰ ਦੁਕਾਨ ਕਰਨ ਦੇ ਲਈ ਪਹਿਲਾਂ ਸੌਦਾ ਇਕੱਠਾ ਕਰਦੇ ਹਾਂ, ਫਿਰ ਆਪਾਂ ਉਹਨੂੰ ਭਾਂਡਿਆਂ ਦੇ ਵਿੱਚ ਪਾ ਕੇ ਟਿਕਾ ਲੈਂਦੇ ਹਾਂ। ਜਿਵੇਂ ਆਪਾਂ ਕਿਸੇ ਦੁਕਾਨ 'ਤੇ ਜਾਂਦੇ ਹਾਂ, ਆਪਾਂ ਦੇਖਦੇ ਹਾਂ ਨਾ ਦੁਕਾਨਦਾਰ ਨੇ ਜਿਹੜਾ ਸੌਦਾ ਹੈ ਸਾਸਨ ਜੀ ਭਾਂਡਿਆਂ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਟਿਕਾ ਕੇ ਰੱਖਿਆ ਹੁੰਦਾ ਹੈ। ਇਸੇ ਤਰ੍ਹਾਂ ਪਿਤਾ ਜੀ ਅਸੀਂ
ਸੱਚ ਰੂਪੀ ਸੌਦੇ ਨੂੰ ਇਕੱਠਾ ਕੀਤਾ ਏ ਤੇ ਸੁਰਤੀ ਰੂਪੀ ਭਾਂਡਿਆਂ ਦੇ ਵਿੱਚ ਇਹਨੂੰ ਸੌਦੇ ਨੂੰ ਪਾਇਆ ਹੋਇਆ। ਅਸੀਂ ਆਪਣੀ ਸੁਰਤੀ ਨੂੰ ਨਾਮ ਦੇ ਨਾਲ ਜੋੜਿਆ ਹੋਇਆ, ਸੁਰਤ ਰੂਪੀ ਭਾਂਡੇ ਦੇ ਵਿੱਚ ਨਾਮ ਨੂੰ ਪਾਇਆ ਹੋਇਆ ਹੈ ਤੇ ਉਸ ਭਾਂਡਿਆਂ ਦੇ ਵਿੱਚ ਇਸ ਸੌਦੇ ਨੂੰ ਰੱਖਿਆ ਹੋਇਆ ਹੈ। ਵਣਜਾਰਿਆ ਸਿਉ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਅਸੀਂ ਨਾਮ ਦਾ ਵਪਾਰ ਕਰਦੇ ਹਾਂ, ਨਾਮ ਦੀ ਦੁਕਾਨ ਕਰਦੇ ਹਾਂ। ਦੁਕਾਨਦਾਰ ਵੀ ਸਾਧ ਸੰਗਤ ਜੀ ਆਪਣੇ ਸੌਦੇ ਨੂੰ ਵੇਚ ਕੇ ਤੇ ਲਾਭ ਪ੍ਰਾਪਤ ਕਰਦਾ ਹੈ। 100 ਦੀ ਚੀਜ਼ 120 'ਚ ਵੇਚ ਦਿੱਤੀ, 150 ਵਾਲੀ 200 ਦੇ ਵਿੱਚ ਵੇਚ ਦਿੱਤੀ, ਲਾਭ ਪ੍ਰਾਪਤ ਕਰਦਾ ਹੈ। ਪਿਤਾ ਜੀ ਅਸੀਂ ਵੀ ਵਣਜਾਰਿਆਂ ਦੀ ਤਰ੍ਹਾਂ ਵਣਜ ਕਰਦੇ ਹਾਂ, ਪਰਮਾਤਮਾ ਦੇ ਨਾਮ ਨੂੰ ਜਪਦੇ ਹਾਂ। ਰੱਬ ਦੇ ਪਿਆਰੇ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਦੇ ਨਾਲ ਬੈਠ ਕੇ ਨਾਮ ਜਪਦੇ ਹਾਂ। ਅਸੀਂ ਉਹਨਾਂ ਦੇ ਨਾਲ ਨਾਮ ਦੇ ਸੌਦੇ ਦਾ ਵਪਾਰ ਕਰਦੇ ਹਾਂ, ਆਪ ਵੀ ਜਪਦੇ ਹਾਂ, ਉਹਨਾਂ ਨੂੰ ਵੀ ਜਪਾਉਂਦੇ ਹਾਂ। ਤੇ ਲੈ ਲਾਹਾ ਮਨ ਹੱਸ। ਤੇ ਜਦੋਂ ਦੁਕਾਨਦਾਰ ਨੂੰ ਲਾਭ ਹੁੰਦਾ ਹੈ ਸਾਧ ਸੰਗਤ ਜੀ, ਤੇ ਫਿਰ ਉਹ ਖੁਸ਼ ਹੁੰਦਾ ਹੈ ਕਿ ਅੱਜ ਇੰਨੀ ਬੱਚਤ ਹੋ ਗਈ, ਅੱਜ ਇੰਨੇ ਪੈਸੇ ਕਮਾ ਲਏ। ਪਿਤਾ ਜੀ ਅਸੀਂ ਵੀ ਲਾਭ ਪ੍ਰਾਪਤ ਕਰਦੇ ਹਾਂ ਤੇ ਅਸੀਂ ਪ੍ਰਸੰਨ ਹੋ ਜਾਂਦੇ ਹਾਂ, ਖੁਸ਼ ਹੋ ਜਾਂਦੇ ਹਾਂ। ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਨੇ ਫਿਰ ਵਿਚਾਰਿਆ ਕਿ ਇਹਨਾਂ ਨੇ ਦੁਕਾਨ ਵੀ ਨਹੀਂ ਕਰਨੀ। ਇਹਨਾਂ ਦਾ ਮਨ ਕਰਦਾ ਹੈ ਘੁੰਮਣ ਦੇ ਵਿੱਚ, ਇੱਧਰ ਉੱਧਰ ਘੁੰਮਣ ਦੇ ਲਈ, ਸੈਰ ਦਾ ਸ਼ੌਂਕ ਹੈ ਇਹਨਾਂ ਨੂੰ। ਕਿਉਂ ਨਾ ਇਹਨਾਂ ਨੂੰ ਆਪਾਂ ਸੁਦਾਗਰ ਬਣਾ ਦਈਏ। ਸੁਦਾਗਰ ਦਾ ਕੰਮ ਹੁੰਦਾ ਹੈ ਸਾਧ ਸੰਗਤ ਜੀ, ਇੱਧਰੋਂ ਸਮਾਨ ਖਰੀਦਿਆ ਤੇ ਉੱਧਰ ਵੇਚ ਦਿੱਤਾ, ਉੱਧਰੋਂ ਸਮਾਨ ਖਰੀਦਿਆ ਤੇ ਅੱਗੇ ਜਾ ਕੇ ਵੇਚ ਦਿੱਤਾ। ਤੇ ਆਪਣੇ ਪੁੱਤਰ ਨੂੰ ਆਖਣ ਲੱਗੇ, ਪੁੱਤਰ ਜੀ ਜੇ ਤੁਸੀਂ ਘੁੰਮਣ ਦੇ ਸ਼ੌਕੀਨ ਹੋ ਤੇ ਤੁਹਾਨੂੰ ਸੁਦਾਗਰੀ ਕਰਾ ਦਿੰਦੇ ਆ, ਤੁਹਾਨੂੰ ਘੋੜੇ ਖਰੀਦ ਦਿੰਦੇ ਆ, ਤੁਸੀਂ ਘੋੜੇ ਖਰੀਦ ਕੇ ਤੇ ਘੋੜਿਆਂ ਦਾ ਵਪਾਰ ਕਰੋ। ਤੇ ਆਪਣੇ ਪਿਤਾ ਜੀ ਦੀ ਗੱਲ ਨੂੰ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਸੁਣ ਸਾ ਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਕੇ ਪਿਤਾ ਜੀ ਅਸੀਂ ਸੌਦਾਗਰੀ ਵੀ ਪਹਿਲਾਂ ਹੀ ਕਰ ਰਹੇ ਹਾਂ। ਸੁਣ ਸਾਸਤ ਸੌਦਾਗਰੀ, ਸ਼ਰਧਾ ਸਹਿਤ ਪਰਮੇਸ਼ਰ ਦੀ ਭਜਨ ਬੰਦਗੀ ਕਰਦੇ ਹਾਂ, ਪਰਮਾਤਮਾ ਜੀ ਦੇ ਨਾਮ ਨੂੰ ਸੁਣਦੇ ਹਾਂ ਸ਼ਰਧਾ ਦੇ ਨਾਲ। ਇਹੀ ਸਾਡੀ ਸੌਦਾਗਰੀ ਹੈ। ਤੇ ਅਸੀਂ ਜਿਹੜੇ ਘੋੜੇ ਲਏ ਹੋਏ ਨੇ, ਸਤ ਸੰਤੋਖ, ਧੀਰਜ, ਧਰਮ ਤੇ ਵਿਚਾਰ, ਇਹ ਜਿਹੜੇ ਸ਼ੁਭ ਗੁਣਾ ਰੂਪੀ ਘੋੜੇ ਲੈ ਕੇ ਆਪਾਂ ਚੱਲਦੇ ਹਾਂ। ਨਾਮ ਦੀ ਸੌਦਾਗਰੀ ਕਰਦੇ ਹਾਂ ਤੇ ਸ਼ੁਭ ਗੁਣ ਰੂਪੀ ਘੋੜੇ ਅਸੀਂ ਆਪਣੇ ਨਾਲ ਲਏ ਹੋਏ ਨੇ। ਤੇ ਸਾਧ ਸੰਗਤ ਜੀ ਜਦੋਂ ਸੌਦਾਗਰ ਜਿਹੜੇ ਆਪਣੇ ਘਰ ਤੋਂ ਚੱਲਦੇ ਨੇ ਤੇ ਆਪਣੇ ਨਾਲ ਪੱਲੇ ਕੁਝ ਨਾ ਕੁਝ ਖਰਚਾ ਬੰਨ੍ਹ ਲੈਂਦੇ ਨੇ ਕਿ ਪਿਤਾ ਜੀ ਅਸੀਂ ਉਹ ਖਰਚਾ ਵੀ ਬੰਨਿਆ ਹੋਇਆ। ਕਾਹਦਾ ਖਰਚ ਬੰਨ ਚੰਗਿਆਈਆਂ ਮਤ ਮਨ ਚਾਣੈ ਕੱਲ। ਪਿਤਾ ਜੀ ਅਸੀਂ ਖਰਚਾ ਬੰਨਿਆ ਹੋਇਆ ਆਪਣੇ ਪੱਲੇ ਚੰਗਿਆਈਆਂ ਦਾ। ਕਿਉਂਕਿ ਜਦੋਂ ਸੌਦਾਗਰ ਆਪਣੇ ਘਰ ਤੋਂ ਜਾਂਦੇ ਨੇ ਵਪਾਰ ਕਰਨ ਦੇ ਲਈ ਤੇ ਨਾਲ ਆਪਣੇ ਖਰਚਾ ਬੰਨ੍ਹ ਲੈਂਦੇ ਨੇ, ਰਸਤੇ ਵਿੱਚ ਕਿਤੇ ਲੋੜ ਪਈ ਤੇ ਇਹਨੂੰ ਵਰਤ ਲਵਾਂਗੇ, ਅਸੀਂ ਸਾਡੀ ਸਹਾਇਤਾ ਹੋਵੇਗੀ। ਪਿਤਾ ਜੀ ਅਸੀਂ ਚੰਗੇ ਕਰਮਾਂ ਦਾ ਖਰਚਾ ਆਪਣੇ ਪੱਲੇ ਬੰਨਿਆ ਹੋਇਆ ਹੈ। ਮਤ ਮਨ ਜਾਣੈ ਕੱਲ, ਇਹ ਨਹੀਂ ਜਾਣਦੇ ਕਿ ਅੱਜ ਨਹੀਂ ਕੱਲ੍ਹ ਨੂੰ ਕਰ ਲਵਾਂਗੇ। ਅਸੀਂ ਹਰ ਵੇਲੇ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਹਾਂ, ਹਰ ਵੇਲੇ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦੇ ਹਾਂ। ਅਸੀਂ ਗੱਲ ਕੱਲ੍ਹ 'ਤੇ ਨਹੀਂ ਪਾਉਂਦੇ, ਅਸੀਂ ਹਰ ਵੇਲੇ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਹਾਂ। ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਹੈ ਮਹਲ। ਕਿ ਪਿਤਾ ਜੀ ਜਿਵੇਂ ਸੌਦਾਗਰ ਦੇਸਾਂ ਦੇ ਸੰਤਰਾਂ ਦੇ ਵਿੱਚ ਘੁੰਮ ਕੇ ਸੌਦਾਗਰੀ ਕਰਕੇ ਘੋੜੇ ਆਦਿਕ ਵੇਚ ਕੇ ਤੇ ਨਫਾ ਕਮਾਉਂਦੇ ਨੇ, ਅਸੀਂ ਵੀ ਨਿਰੰਕਾਰ ਕੇ ਦੇਸ ਜਾਏ, ਪਰਮਾਤਮਾ ਜੀ ਦੇ ਸਤਸੰਗਤ ਰੂਪੀ ਦੇਸ਼ ਦੇ ਵਿੱਚ ਜਾ ਕੇ ਸ਼ੁਭ ਗੁਣਾਂ ਦਾ ਵਪਾਰ ਕਰਦੇ ਹਾਂ। ਸਤਸੰਗਤ ਦੇ ਵਿੱਚ ਜਾ ਕੇ ਚੰਗੇ ਗੁਣਾਂ ਦਾ ਵਪਾਰ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ। ਇਹ ਗੁਣਾਂ ਦਾ ਵਪਾਰ ਕਰਕੇ ਤੇ ਸਾਨੂੰ ਸੁੱਖ ਮਿਲਦਾ ਏ, ਪਰਮਾਤਮਾ ਜੀ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਪਿਤਾ ਜੀ ਅਸੀਂ ਸੌਦਾਗਰੀ ਵੀ ਪਹਿਲਾਂ ਹੀ ਕਰਦੇ ਹਾਂ। ਤੇ ਪਿਤਾ ਜੀ ਨੇ ਸੋਚਿਆ ਕਿ ਇਹਨਾਂ ਦਾ ਕੰਮ ਸੌਦਾਗਰੀ ਕਰਨ ਦਾ ਵੀ ਜੀ ਨਹੀਂ ਕਰਦਾ। ਤੇ ਪਿਤਾ ਜੀ ਆਖਣ ਲੱਗੇ ਫਿਰ ਤੁਹਾਨੂੰ ਆਪਾਂ ਕਿਤੇ ਨੌਕਰੀ ਲਵਾ ਦਿੰਦੇ ਹਾਂ, ਤੁਸੀਂ ਇੱਥੇ ਘਰ ਦੇ ਵਿੱਚ ਰਹੋ, ਮੇਰੀ ਬੜੀ ਚੱਲਦੀ ਹੈ, ਮੈਨੂੰ ਸਾਰੇ ਲੋਕੀ ਜਾਣਦੇ ਨੇ, ਤੁਹਾਨੂੰ ਇੱਥੇ ਨੌਕਰੀ ਲਵਾ ਦਿੰਦੇ ਹਾਂ।
ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਕਿ ਪਿਤਾ ਜੀ ਅਸੀਂ ਚਿੱਤ ਲਾ ਕੇ ਪਰਮੇਸ਼ਵਰ ਦੀ ਚਾਕਰੀ ਕਰਦੇ ਹਾਂ, ਭਾਵ ਕਿ ਅਸੀਂ ਨੌਕਰੀ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ। ਜੋ ਸਤਨਾਮ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਹੈ ਉਹਨੂੰ ਮੰਨਦੇ ਹਾਂ। ਨੌਕਰ ਦਾ ਕੰਮ ਵੀ ਇਹੀ ਹੁੰਦਾ ਹੈ ਕਿ ਆਪਣੇ ਮਾਲਕ ਦੇ ਹੁਕਮ ਨੂੰ ਮੰਨਣਾ। ਜੋ ਉਹਦੇ ਮਾਲਕ ਨੇ ਕਹਿ ਦਿੱਤਾ, ਨੌਕਰ ਦਾ ਕੰਮ ਹੈ ਆਪਣੇ ਮਾਲਕ ਦਾ ਹੁਕਮ ਮੰਨਣਾ ਕਿ ਪਿਤਾ ਜੀ ਅਸੀਂ ਉਸ ਪਰਮੇਸ਼ਵਰ ਦੀ ਚਾਕਰੀ ਕਰਦੇ ਹਾਂ, ਨੌਕਰੀ ਕਰਦੇ ਹਾਂ। ਤੇ ਜੋ ਪਰਮਾਤਮਾ ਦਾ ਹੁਕਮ ਹੈ ਸਤਨਾਮ ਵਾਹਿਗੁਰੂ ਦਾ ਨਾਮ ਜਪਣਾ, ਅਸੀਂ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਾਂ, ਨਾਮ ਜਪਦੇ ਹਾਂ। ਮਨ ਨਾਮ ਕਰ ਕੰਮ, ਮਨ ਲਾ ਕੇ ਅਸੀਂ ਇਹ ਕੰਮ ਕਰਦੇ ਹਾਂ। ਹਰ ਵੇਲੇ ਹਰ ਟਾਈਮ ਪਰਮਾਤਮਾ ਜੀ ਦੀ ਨੌਕਰੀ ਕਰਦੇ ਹਾਂ ਤੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਾਂ, ਪਰਮਾਤਮਾ ਦੀ ਭਜਨ ਬੰਦਗੀ ਕਰਦੇ ਹਾਂ। ਬਨ ਬਦੀਆ ਕਰ ਧਾਵਣੀ ਤਾਕੋ ਆਖੈ ਧਨ। ਖੋਟੇ ਕੰਮਾਂ ਨੂੰ ਪਾਤਸ਼ਾਹ ਜੀ ਕਹਿੰਦੇ ਨੇ ਮਨ ਦੇ ਵਿੱਚੋਂ ਬੰਨ੍ਹ ਕੇ ਧਾਵਣੀ ਸੁੱਟ ਦਿੱਤਾ ਦੂਰ। ਭਾਵ ਕਿ ਜਿਹੜੇ ਖੋਟੇ ਕਰਮ ਨੇ ਉਹਨਾਂ ਨੂੰ ਆਪਣੇ ਮਨ ਦੇ ਵਿੱਚੋਂ ਦੂਰ ਕੱਢ ਦਿੱਤਾ ਹੈ ਤੇ ਅਸੀਂ ਚੰਗੀ ਚਾਕਰੀ ਕਰਦੇ ਹਾਂ। ਸਾਧ ਸੰਗਤ ਜੀ, ਨੌਕਰ ਵੀ ਉਹ ਚੰਗਾ ਹੁੰਦਾ ਹੈ ਜਿਹੜਾ ਚੰਗੀ ਨੀਅਤ ਦੇ ਨਾਲ ਕੰਮ ਕਰੇ, ਬੁਰੇ ਕਰਮ ਨਾ ਕਰੇ। ਪਿਤਾ ਜੀ ਅਸੀਂ ਵੀ ਬੁਰਾਈਆਂ ਨੂੰ ਆਪਣੇ ਵਿੱਚੋਂ ਦੂਰ ਕੱਢ ਕੇ ਸੁੱਟ ਦਿੱਤਾ ਹੈ ਤੇ ਜਿਹੜਾ ਚੰਗੇ ਕਰਮ ਕਰਦਾ ਹੈ ਸਾਧ ਸੰਗਤ ਜੀ, ਪਾਤਸ਼ਾਹ ਜੀ ਆਖਦੇ ਨੇ ਪਿਤਾ ਜੀ ਉਹਨਾਂ ਨੂੰ ਲੋਕੀ ਧੰਨ ਆਖਦੇ ਨੇ। ਕੋਈ ਚੰਗਾ ਕੰਮ ਕਰਨ ਵਾਲਾ ਹੋਵੇ ਨਾ ਤੇ ਉਹਨੂੰ ਸਲਾਹਿਆ ਜਾਂਦਾ ਕਿ ਸਾਡਾ ਕੰਮ ਕਰਨ ਵਾਲਾ ਬੜਾ ਚੰਗਾ ਹੈ। ਪਿਤਾ ਜੀ ਜਿਹੜੇ ਮਨ ਦੇ ਨਾਲ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਨੇ, ਪਰਮਾਤਮਾ ਦੀ ਨੌਕਰੀ ਕਰਦੇ ਨੇ, ਬੁਰਾਈਆਂ ਨੂੰ ਦੂਰ ਕੱਢ ਦਿੰਦੇ ਨੇ, ਉਹਨਾਂ ਨੂੰ ਹਰੇਕ ਕੋਈ ਧੰਨ ਆਖਦਾ ਹੈ ਕਿ ਇਹ ਜੀਵ ਚੰਗਾ ਹੈ। ਸੰਸਾਰ ਦੇ ਵਿੱਚ ਵੀ ਉਹਨੂੰ ਚੰਗਾ ਆਖਿਆ ਜਾਂਦਾ ਹੈ ਤੇ ਜਦੋਂ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਉਦੋਂ ਵੀ ਉਹਦੀ ਸੋਭਾ ਵਡਿਆਈ ਜਸ ਹੁੰਦਾ ਹੈ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਣ ਵਨ। ਕਿਹ ਪਿਤਾ ਜੀ ਜੇਕਰ ਪ੍ਰਭੂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਦੀ ਦ੍ਰਿਸ਼ਟੀ ਹੋ ਜਾਵੇ ਤੇ ਪਰਮਾਤਮਾ ਜੀ ਸਾਨੂੰ 4 ਗੁਣਾ ਜ਼ਿਆਦਾ ਰੰਗ ਚਾੜ ਦਿੰਦੇ ਨੇ ਜਦੋਂ ਅਸੀਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ। ਜਿਵੇਂ ਸਾਧ ਸੰਗਤ ਜੀ ਨੌਕਰ ਚੰਗਾ ਕੰਮ ਕਰਦਾ ਹੋਵੇ ਨਾ ਤੇ ਮਾਲਕ ਖੁਸ਼ ਹੋ ਕੇ ਉਹਦੀ ਕਹਿੰਦਾ ਤੇਰੀ ਤਨਖਾਹ ਵਧਾ ਦਿੱਤੀ ਹੈ, ਤੈਨੂੰ ਵੱਧ ਪੈਸੇ ਦਊਂਗਾ ਤੇਰੇ ਕੰਮ ਨੂੰ ਦੇਖ ਕੇ। ਪਿਤਾ ਜੀ ਅਸੀਂ ਪਰਮਾਤਮਾ ਜੀ ਦੇ ਨਾਮ ਦੀ ਚਾਕਰੀ ਕਰਦੇ ਹਾਂ ਤੇ ਜਦੋਂ ਪਰਮਾਤਮਾ ਸਾਡੇ ਕੰਮ ਨੂੰ ਦੇਖਦੇ ਨੇ ਕਿ ਇਹ ਬੜੀ ਸ਼ਰਧਾ ਦੇ ਨਾਲ ਨਾਮ ਜਪਦੇ ਨੇ ਤੇ ਗੁਰੂ ਦੀ ਦ੍ਰਿਸ਼ਟੀ ਫਿਰ ਸਾਡੇ ਤੇ 4 ਗੁਣਾ ਹੋਰ ਵੱਧ ਜਾਂਦੀ ਹੈ। ਭਾਵ ਕਿ ਗੁਰੂ ਦੀ ਕਿਰਪਾ ਹੋਰ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਸਾਨੂੰ ਉਹ ਪਦ ਮਿਲਦਾ ਹੈ ਸਾਧ ਸੰਗਤ ਜੀ, ਉਹ ਆਨੰਦ ਮਿਲਦਾ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ, ਜਿਸ ਆਨੰਦ ਦੇ ਨਾਲ ਪਰਮਾਤਮਾ ਜੀ ਤੱਕ ਪਹੁੰਚ ਜਾਈਦਾ ਹੈ। ਭਾਵ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਜਪ ਕੇ। ਇਸ ਕਰਕੇ ਪਿਤਾ ਜੀ ਅਸੀਂ ਉਸ ਮਾਲਕ ਦੇ ਘਰ ਦੀ ਪਹਿਲੇ ਹੀ ਨੌਕਰੀ ਚਾਕਰੀ ਕਰ ਰਹੇ ਹਾਂ। ਸਾਨੂੰ ਇਹ ਸੰਸਾਰਿਕ ਕੰਮਾਂ ਦੀ ਲੋੜ ਨਹੀਂ ਹੈ, ਅਸੀਂ ਤਾਂ ਪਰਮਾਤਮਾ ਜੀ ਦੇ ਨਾਮ ਨੂੰ ਪਹਿਲੇ ਹੀ ਜਪਦੇ ਹੋਏ ਹਾਂ। ਇਹ ਸਾਧ ਸੰਗਤ ਜੀ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਆਖੇ ਕਿ ਪਿਤਾ ਜੀ ਅਸੀਂ ਪਰਮਾਤਮਾ ਜੀ ਦੇ ਨਾਮ ਨੂੰ ਜਪਣ ਦਾ ਕਰਮ ਕਰ ਰਹੇ ਹਾਂ। ਇਹਦੇ ਤੋਂ ਵੱਡਾ ਕਰਮ ਹੋਰ ਕੋਈ ਵੀ ਸੰਸਾਰ ਦੇ ਵਿੱਚ ਹੋ ਨਹੀਂ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਬਦ ਰਾਹੀਂ ਸਾਨੂੰ ਸਮਝਾਇਆ ਕਿ ਜਿੱਥੇ ਆਪਾਂ ਸੰਸਾਰਿਕ ਕਰਮ ਕਰਦੇ ਹਾਂ ਉੱਥੇ ਪਰਮਾਤਮਾ ਜੀ ਦੇ ਨਾਮ ਨੂੰ ਵੀ ਜਪਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦੇ ਨਾਮ ਨੂੰ ਜਪਣਾ ਵੀ ਬੜਾ ਵੱਡਾ ਕਰਮ ਹੈ। ਸਾਧ ਸੰਗਤ ਜੀ ਅਸੀਂ ਵੀ ਯਤਨ ਕਰੀਏ, ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ, ਬਾਣੀ ਦੇ ਨਾਲ ਜੁੜੀਏ, ਜਿਹਦੇ ਕਰਕੇ ਸਾਡਾ ਜੀਵਨ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।